महाराज समाज ਦੇ ਵਿੱਚ ਕਾਫੀ ਇੱਦਾਂ ਆ ਕਿ ਜੇ ਬੱਚੇ ਪੜ੍ਹਨੇ ਚਾਹੁੰਦੇ ਆ ਤੇ ਉਹਦੇ ਵਿੱਚ ਮਾਪੇ ਨਹੀਂ ਪੜ੍ਹਾ ਸਕਦੇ ਬੱਚਿਆਂ ਨੂੰ। ਜੇ ਮਾਪੇ ਪੜ੍ਹਾਉਂਦੇ ਆ ਤਾਂ ਬੱਚੇ ਪੜ੍ਹ ਨਹੀਂ ਰਹੇ ਤੇ ਫਿਰ ਸਾਡੇ ਰਹਿਬਰਾਂ ਦਾ ਜਿਹੜਾ ਬੇਗਮਪੁਰਾ ਉਹ ਕਿਵੇਂ ਬਚ ਸਕੇਗਾ? ਉਸ ਸੰਵਿਧਾਨ ਦੇ ਵਿੱਚ ਨਾਰੀ ਨੂੰ ਉੱਚਾ ਸਥਾਨ ਦਿੱਤਾ ਗਿਆ ਹੈ। ਡਾਕਟਰ ਭੀਮ ਰਾਓ ਅੰਬੇਡਕਰ ਦੀ ਦੇਣ ਹੈ ਕਿ ਇਸੇ ਹੀ ਦੇਸ਼ ਦੇ ਵਿੱਚ ਕਿੰਨੇ ਨਾਰੀਆਂ ਜਿਹੜੀਆਂ ਉਹ ਪ੍ਰਧਾਨ ਮੰਤਰੀ ਹੋਈਆਂ, ਮੁੱਖ ਮੰਤਰੀ ਹੋ ਰਹੀਆਂ, ਅੱਗੇ MP ਹੋ ਰਹੀਆਂ, MLA ਹੋ ਰਹੀਆਂ, ਕੋਈ ਟੀਚਰ ਲੱਗੀਆਂ। ਕਿਹਦੀ ਦੇਣ ਹੈ? ਇਹ ਉਸ ਰਹਿਬਰ ਦੀ ਦੇਣ ਹੈ ਜਿਨ੍ਹਾਂ ਨੇ ਇਹ ਨਾਰੀ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਹੈ। ਸੰਤਾਂ ਵਾਜੋ ਨਾ ਸਤ ਸੰਤੋਖ, ਮਿਲਦਾ ਬੂਟਾ ਗਿਆਨ ਵਾਲਾ ਫਲ ਦਾ ਫੁੱਲਦਾਨੀ। ਦੁੱਧ ਜੰਮਦਾ ਕਦੇ ਨਾ ਜਾਗ, ਬਾਜੋਂ ਤੇ ਬਿਨਾ ਪਾਣੀ ਤੋਂ ਕੱਪੜਾ ਧੁੱਲਦਾ ਨਹੀਂ। ਲੰਗੇ ਪੂਰਨਾ ਪਾਰ ਮਲਾ ਵਾਜੋਂ, ਸੌਦਾ ਸੱਚ ਵਾਲਾ ਐਵੇਂ ਤੁਲਦਾ ਨਹੀਂ। ਰਤੂ ਰੰਧਾਵੇ ਪੂਰੇ ਸਤਿਗੁਰ ਵਾਜੋਂ, ਜਿੰਦਾ ਦਸਮ ਦੁਆਰ ਦਾ ਖੁੱਲਦਾ ਨਹੀਂ। ਜਿੰਦਾ ਦਸਮ ਦੁਆਰ ਦਾ ਖੁੱਲਦਾ ਨਹੀਂ। ਜਨਤਕ TV ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਸਾਥੀਓ, ਤੁਹਾਨੂੰ ਪਤਾ ਹੈ ਕਿ ਜਿਵੇਂ ਜਨਤਕ TV ਦੇ ਜ਼ਰੀਏ ਅਸੀਂ ਨਵੇਂ ਤੋਂ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਈਦਾ ਹੈ। ਆਓ ਸੋਚ ਨੂੰ ਵਧਾਈਏ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹੋਇਆ, ਜਿਸ ਦੇ ਵਿੱਚ ਵੱਖ-ਵੱਖ ਡੇਰਿਆਂ ਤੋਂ ਮਹਾਂਪੁਰਸ਼ਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਖਾਸ ਮੁਲਾਕਾਤ ਮਹਾਂਪੁਰਸ਼ਾਂ ਦੇ ਨਾਲ ਤੁਹਾਡੀ ਕਰਾਵਾਂਗੇ। ਸਮਾਜ ਦੇ ਵਿੱਚੋਂ ਉੱਭਰਦੇ ਮਿਸ਼ਨਰੀ ਸਿੰਗਰਾਂ ਦੇ ਨਾਲ ਤੁਹਾਡੀਆਂ ਮੁਲਾਕਾਤਾਂ ਕਰਵਾਵਾਂਗੇ ਔਰ ਸਮਾਜ ਦੇ ਬੁੱਧੀਜੀਵੀਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਅੱਜ ਅਸੀਂ ਸਮੁੱਚੀ ਟੀਮ ਪਹੁੰਚੀ ਹੈ ਸੰਤ ਨਰੈਣ ਦਾਸ ਜੀ ਮਹਾਰਾਜ, ਜੋ ਕਿ ਸ਼ੇਰਪੁਰ ਕਲਰਾਂ ਡੇਰਾ ਔਰ ਮਹਾਂਪੁਰਸ਼ਾਂ ਦੇ ਨਾਲ ਆਪਾਂ ਅੱਜ ਵਾਰਤਾਲਾਪ ਕਰਾਂਗੇ ਔਰ ਸਮਾਜ ਦੇ ਅੰਦਰ ਜਿਵੇਂ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਮਿਸ਼ਨ ਦੇ ਸੰਬੰਧੀ, ਸਤਿਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਅਤੇ ਮਿਸ਼ਨ ਦੇ ਸੰਬੰਧੀ, ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਮਿਸ਼ਨ ਦੇ ਸੰਬੰਧੀ ਅਤੇ ਭਗਵਾਨ ਵਾਲਮੀਕ ਮਹਾਰਾਜ ਦੇ ਜੀਵਨ ਅਤੇ ਮਿਸ਼ਨ ਦੇ ਸੰਬੰਧੀ ਅੱਜ ਵਿਚਾਰਾਂ ਰੱਖਾਂਗੇ। ਕਿਉਂਕਿ ਪੰਜਾਬ ਦੇ ਅੰਦਰ ਹੀ ਨਹੀਂ, ਪੂਰੇ ਭਾਰਤ ਦੇਸ਼ ਦੇ ਅੰਦਰ ਹੀ ਅਜਿਹੀਆਂ ਘਟਨਾਵਾਂ ਦਿਨ ਬਰ ਦਿਨ ਵਰਤ ਰਹੀਆਂ ਨੇ ਔਰ ਆਓ ਅੱਜ ਵਿਚਾਰ ਕੀਤੇ ਜਾਣਗੇ ਕਿ ਸਮਾਜ ਦਾ ਏਕਾ ਕਿਵੇਂ ਹੋਵੇਗਾ। ਔਰ ਸਤਿਗੁਰੂ ਰਵਿਦਾਸ ਮਹਾਰਾਜ ਜਿਹੜੇ ਬੇਗਮਪੁਰੇ ਦੀ ਗੱਲ ਕਰਕੇ ਗਏ ਔਰ ਜਿਹੜੇ ਰਾਜ ਭਾਗ ਦੀ ਗੱਲ ਸਤਿਗੁਰੂ ਰਵਿਦਾਸ ਮਹਾਰਾਜ, ਗੁਰੂ ਕਲਗੀਧਰ ਪਾਤਸ਼ਾਹ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਕਰਕੇ ਗਏ, ਉਹ ਰਾਜ ਭਾਗ ਇਸ ਦੇਸ਼ ਦੇ ਅੰਦਰ ਕਿਵੇਂ ਸਥਾਪਿਤ ਹੋ ਗਿਆ। ਆਓ ਆਪਾਂ ਮਹਾਂਪੁਰਸ਼ਾਂ ਦੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ। ਹਾਂਜੀ ਮਹਾਰਾਜ, ਜੈ ਗੁਰਦੇਵ ਜੀ। ਜੈ ਗੁਰਦੇਵ, ਧੰਨ ਗੁਰਦੇਵ। ਮਹਾਰਾਜ, ਅੱਜ ਜਨਤਕ TV ਦੀ ਸਮੁੱਚੀ ਟੀਮ ਤੁਹਾਡੇ ਦਰਬਾਰ 'ਤੇ ਆਈ ਹੈ। ਆਓ ਸੋਚ ਨੂੰ ਵਧਾਈਏ ਪ੍ਰੋਗਰਾਮ ਲੈ ਕੇ ਔਰ ਸਭ ਤੋਂ ਪਹਿਲਾਂ ਤੁਸੀਂ ਸਮਾਜ ਨੂੰ ਜਨਤਕ TV ਦੇ ਜ਼ਰੀਏ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਪਹਿਲੇ ਤਾਂ ਜਨਤਕ TV ਦਾ ਡੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਹੈ ਕਿ ਜਿਨ੍ਹਾਂ ਨੇ ਇਹ ਜਨਤਕ TV ਜਿਹੜਾ ਹੈ ਚਲਾਇਆ ਹੈ, ਜਿਹੜੀ ਸਮੂਚਕ ਕੌਮ ਦੇਸਾਂ ਵਿਦੇਸਾਂ ਦੇ ਵਿੱਚ ਬੈਠ ਕੇ ਦੇਖ ਸਕਦੀ ਹੈ ਇਹ ਸਾਰੇ ਪ੍ਰੋਗਰਾਮ। ਇਹ ਕਿੱਥੇ ਕਿੱਥੇ ਡੇਰੇ ਹਨ, ਕਿੱਥੇ ਕਿੱਥੇ ਇਹ ਮਹਾਰਾਜ ਦੇ ਨਾਲ ਜੁੜੇ ਹਨ ਅਤੇ ਇਹਨਾਂ ਦਾ ਜਨਤਕ TV ਦਾ ਡੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਹੈ ਕਿ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰੇ। ਮਹਾਰਾਜ, ਪਹਿਲਾ ਮੇਰਾ ਸਵਾਲ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਨੇ ਜੋ ਬਾਣੀ ਅੰਦਰ ਕਿਹਾ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੇ ਠਾਓ। ਜਿਹੜੇ ਬੇਗਮਪੁਰੇ ਦੀ ਗੱਲ ਗੁਰੂ ਰਵਿਦਾਸ ਕਰਕੇ ਗਏ ਕਿ ਇੱਦਾਂ ਦਾ ਬੇਗਮਪੁਰਾ ਚਾਹੀਦਾ ਹੈ ਜਿਹੜਾ ਕੋਈ ਇੱਟਾਂ ਪੱਥਰਾਂ ਦੇ ਨਾਲ ਨਹੀਂ, ਪਰ ਜਿਸ ਬੇਗਮਪੁਰੇ ਦੇ ਵਿੱਚ ਬੇਗਮ, ਬਿਨਾਂ ਗਮਾਂ ਤੋਂ ਰਹਿਤ, ਇੱਦਾਂ ਦਾ ਮੈਨੂੰ ਸ਼ਹਿਰ ਚਾਹੀਦਾ ਹੈ ਜਿਸ ਸ਼ਹਿਰ ਦੇ ਅੰਦਰ ਸਾਰਿਆਂ ਨੂੰ ਖਾਣ ਵਾਸਤੇ ਅੰਨ ਮਿਲੇ, ਕੋਈ ਜਾਤ ਪਾਤ ਨਾ ਹੋਵੇ, ਪਹਿਨਣ ਵਾਸਤੇ ਬਸਤਰ ਹੋਣ, ਰਹਿਣ ਵਾਸਤੇ ਮਕਾਨ ਹੋਵੇ। ਉਹ ਬੇਗਮਪੁਰਾ ਇਸ ਦੇਸ਼ ਦੇ ਅੰਦਰ ਹੀ ਕਿਵੇਂ ਵੱਸ ਸਕਦਾ ਹੈ? ਇਸ ਦੇਸ਼ ਦੇ ਵਿੱਚ ਬੇਗਮਪੁਰਾ ਜਦ ਹੀ ਵੱਸ ਸਕਦਾ ਹੈ ਜਦ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਨੇ ਵੀ ਇਹ ਨਿਰਣਾ ਕੀਤਾ ਹੈ ਕਿ ਐਸਾ ਚਾਹੋ ਰਾਜ ਮੈਂ ਜਹਾਂ ਮਿਲੇ ਸਭ ਕੋ ਵਨ, ਛੋਟ ਵੱਡੇ ਸਮ ਬਸੇ ਰਵਿਦਾਸ ਰਹੇ ਪ੍ਰਸੰਨ। ਕਿ ਇੱਦਾਂ ਦਾ ਸਮਾਂ ਜਦ ਹੀ ਆ ਸਕਦਾ ਹੈ ਜਦ ਕੋਈ ਸਾਡਾ ਰਹਿਬਰ, ਕੋਈ ਮੁੱਖ ਮੰਤਰੀ ਅਤੇ MLA ਹਨ, ਸਾਡੇ ਕੋਲ MP ਹਨ, ਪਾਉਣ ਵਾਲਾ ਜਿਹੜਾ ਹੈ ਕੋਈ ਮੁੱਖ ਮੰਤਰੀ ਹੋਵੇ, ਕੋਈ ਸਾਡਾ ਪ੍ਰਧਾਨ ਮੰਤਰੀ ਹੋਵੇ ਦੇਸ਼ ਦਾ, ਨੂੰ ਦੇਖਣ ਵਾਲਾ ਹੋਵੇ,
ਸਾਰਿਆਂ ਨੂੰ ਇੱਕ ਬਰਾਬਰ ਦਾ ਵਰਤਾਵ ਦੇ ਨਾਲ ਦੇਖਦਾ ਹੋਵੇ, ਤਦ ਹੀ ਜਿਹੜਾ ਹੈ ਇਹ ਬੇਗਮਪੁਰਾ ਜਿਹੜਾ ਹੈ ਇਹ ਵਸ ਸਕਦਾ ਹੈ ਜੀ। ਮਹਾਰਾਜ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਇੱਕ ਗੁਰੂਆਂ ਦੀ ਰਹਿਬਰਾਂ ਦੀ ਕਹੀ ਹੋਈ ਗੱਲ ਨੂੰ ਪੜ੍ਹਿਆ, ਕਿਉਂਕਿ ਜਿਹੜੀ ਨਾਰੀ ਸੀ ਮਨੂ ਦੇ ਬਣਾਏ ਕਾਨੂੰਨ ਦੇ ਅੰਦਰ ਜਿਸ ਨਾਰੀ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ, ਅੰਬੇਡਕਰ ਸਾਹਿਬ ਨੇ ਮਹਾਂਪੁਰਸ਼ਾਂ ਦੀ ਗੱਲ ਨੂੰ ਪੜ੍ਹਿਆ। ਸਹਿ ਕੀ ਸਾਰ ਸੁਹਾਗਣ ਜਾਣੇ ਹੋਵੇ, ਚਾਹੇ ਹੋਵੇ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜ਼ਾਨ। ਤੋ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਇਸ ਦੇਸ਼ ਦੇ ਅੰਦਰ ਸੰਘਰਸ਼ ਕੀਤਾ ਔਰ ਸੰਵਿਧਾਨ ਲਿਖਿਆ। ਉਹ ਨਾਰੀ ਚਾਹੇ ਕਿਸੇ ਵੀ ਕਾਸਟ ਨੂੰ ਬਿਲੋਂਗ ਕਿਉਂ ਨਹੀਂ ਕਰ ਰਹੀ ਸੀ, ਪਰ ਬਾਬਾ ਸਾਹਿਬ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਇਹ ਜਿਹੜਾ ਜਾਤ ਪਾਤ ਦਾ ਨਾਸ਼ ਆ ਮੈਂ ਇਸ ਦੇਸ਼ ਦੇ ਅੰਦਰ ਕਰਕੇ ਜਾਵਾਂਗਾ। ਪਰ ਕਿਤੇ ਨਾ ਕਿਤੇ ਇੱਦਾਂ ਵੀ ਹੋ ਰਹੀ ਹੈ ਕਿ ਬਾਬਾ ਸਾਹਿਬ ਨੇ ਕਿਹਾ ਕਿ ਪੜ੍ਹੋ ਜੁੜੋ ਸੰਘਰਸ਼ ਕਰੋ। ਹਾਂਜੀ ਮਹਾਰਾਜ ਸਮਾਜ ਪੜ੍ਹ ਵੀ ਜਾਂਦਾ, ਸਮਾਜ ਲਿਖਦਾ ਵੀ, ਸੰਘਰਸ਼ ਵੀ ਕਰਦਾ ਹੈ। ਕਈ ਵਾਰ ਇੱਦਾਂ ਹੁੰਦੀ ਕਿ ਚਾਹੇ ਗੁਰੂ ਰਵਿਦਾਸ ਮਹਾਰਾਜ ਦਾ ਤੁਗਲਕਾਬਾਦ ਦਾ ਮੰਦਿਰ ਹੋਵੇ, ਹਾਂਜੀ ਚਾਹੇ ਸਤਿਗੁਰੂ ਨਾਨਕ ਪਾਤਸ਼ਾਹ ਦਾ ਮੰਦਿਰ ਹੋਵੇ ਉੜੀਸਾ ਦੀ ਧਰਤੀ ਤੇ, ਹਾਂਜੀ ਚਾਹੇ ਭਗਵਾਨ ਵਾਲਮੀਕ ਮਹਾਰਾਜ ਦਾ ਮੰਦਿਰ ਲਖਨਊ ਵਿਖੇ ਹੋਵੇ, ਉਹ ਢਹਿ ਢੇਰੀ ਕੀਤਾ ਜਾਂਦਾ। ਅਸੀਂ ਸੰਘਰਸ਼ ਵੀ ਕਰਦੇ ਹਾਂ, ਪਰ ਮਹਾਰਾਜ ਜਿਹੜਾ ਰਿਜ਼ਲਟ ਉਹ ਲਾਸਟ ਦੇ ਵਿੱਚ ਜ਼ੀਰੋ ਆਉਂਦਾ। ਆਪ ਜੀ ਨੇ ਹੁਣੇ ਕਿਹਾ ਕਿ ਸਤਿਗੁਰੂ ਭੀਮ ਰਾਓ ਅੰਬੇਡਕਰ ਦਾ ਸੰਵਿਧਾਨ ਜੋ ਲਿਖਿਆ ਗਿਆ ਉਹਦੇ ਵਿੱਚ ਪੜ੍ਹੋ ਜੁੜੋ ਅਤੇ ਸੰਘਰਸ਼ ਕਰੋ। ਪੜ੍ਹ ਆਪਾਂ ਬੇਸ਼ੱਕ ਗਏ ਹਾਂ, ਲਿਖ ਗਏ ਹਾਂ, ਪਰ ਜੁੜ ਨਹੀਂ ਰਹੇ ਜੀ, ਜੁੜ ਨਹੀਂ ਰਹੇ। ਜੇ ਜੁੜਾਂਗੇ ਤਦ ਹੀ ਆਪਾਂ ਇਕੱਠੇ ਹੋ ਕੇ ਉਸ ਰਹਿਬਰ ਦੀ ਸੋਚ ਨੂੰ ਅੱਗੇ ਵਧਾ ਸਕਦੇ। ਜਦ ਤੱਕ ਜੁੜਦੇ ਨਹੀਂ, ਜਦ ਤੱਕ ਆਪਾਂ ਕੋਈ ਵੀ ਸੋਚ ਜਿਹੜੀ ਹੈ ਉੱਪਰ ਤੱਕ ਨਹੀਂ ਜਾ ਸਕਦੀ ਹੈ। ਜੇ ਜੁੜਾਂਗੇ ਤਦ ਹੀ ਸੋਚ ਜਿਹੜੀ ਹੈ ਸੰਘਰਸ਼ ਕਰਾਂਗੇ ਆਪਾਂ। ਹੁਣ ਆਪ ਜੀ ਨੇ ਆਖਿਆ ਕਿ ਜਿਹੜੀ ਨਾਰੀ ਹੈ ਉਹ ਜੁੱਤੀ ਦੀ ਸਮਝਿਆ ਜਾਂਦਾ ਸੀਗਾ ਕਿ ਉਹ ਕਿਹਦੀ ਦੇਣ ਹੈ। ਉਹ ਸੰਵਿਧਾਨ ਦੇ ਵਿੱਚ ਨਾਰੀ ਨੂੰ ਉੱਚਾ ਸਥਾਨ ਦਿੱਤਾ ਗਿਆ ਹੈ। ਡਾਕਟਰ ਭੀਮ ਰਾਓ ਅੰਬੇਡਕਰ ਦੀ ਦੇਣ ਹੈ ਕਿ ਇਸੇ ਹੀ ਦੇਸ਼ ਦੇ ਵਿੱਚ ਕਿੰਨੇ ਨਾਰੀਆਂ ਜਿਹੜੀਆਂ ਉਹ ਪ੍ਰਧਾਨ ਮੰਤਰੀ ਹੋਈਆਂ, ਮੁੱਖ ਮੰਤਰੀ ਹੋ ਰਹੀਆਂ, ਅੱਗੇ MP ਹੋ ਰਹੀਆਂ, MLA ਹੋ ਰਹੀਆਂ, ਕੋਈ ਟੀਚਰ ਲੱਗੀਆਂ। ਕਿਹਦੀ ਦੇਣ ਹੈ? ਇਹ ਉਸ ਰਹਿਬਰ ਦੀ ਦੇਣ ਹੈ ਜਿਨ੍ਹਾਂ ਨੇ ਇਹ ਨਾਰੀ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਹੈ। ਮਹਾਰਾਜ ਸਮਾਜ ਦੇ ਵਿੱਚ ਕਾਫੀ ਇੱਦਾਂ ਆ ਕਿ ਜੇ ਬੱਚੇ ਪੜ੍ਹਨੇ ਚਾਹੁੰਦੇ ਆ ਤੇ ਉਹਦੇ ਵਿੱਚ ਮਾਪੇ ਨਹੀਂ ਪੜ੍ਹਾ ਸਕਦੇ ਬੱਚਿਆਂ ਨੂੰ। ਜੇ ਮਾਪੇ ਪੜ੍ਹਾਉਂਦੇ ਆ ਤਾਂ ਬੱਚੇ ਪੜ੍ਹ ਨਹੀਂ ਰਹੇ, ਤੇ ਫਿਰ ਸਾਡੇ ਰਹਿਬਰਾਂ ਦਾ ਜਿਹੜਾ ਬੇਗਮਪੁਰਾ ਉਹ ਕਿਵੇਂ ਬਚ ਸਕੇਗਾ? ਇਹ ਨਸ਼ਿਆਂ ਦਾ ਯੁੱਗ ਵੀ ਹੋ ਰਿਹਾ। ਦੂਸਰੀ ਗੱਲ ਹੈ ਕਿ ਗਰੀਬੀ ਜਿਹੜੀ ਹੈ ਇੱਕ ਇਹ ਕੋੜ ਹੈ ਕਿ ਬੱਚੇ ਨੂੰ ਆਪਾਂ ਨਹੀਂ ਪੜ੍ਹਾ ਸਕਦੇ, ਉਹਨੂੰ ਉੱਚੀ ਸਿੱਖਿਆ ਨਹੀਂ ਦੇ ਸਕਦੇ ਹੈ। ਮਾਤਾ ਪਿਤਾ ਦੀ ਵੀ ਇੱਕ ਕਮੀ ਹੈ। ਕੋਈ ਦਿਹਾੜੀਦਾਰ ਹੈ 300 ਰੁਪਈਆ ਕਮਾਉਂਦਾ ਹੈ, 400 ਰੁਪਈਆ ਕਮਾਉਂਦਾ ਹੈ। ਇੱਕ ਗਰੀਬੀ ਅਸੀਂ ਆਪ ਲਿਆਂਦੀ ਹੋਈ ਹੈ ਵੀ 400 ਰੁਪਏ ਕਮਾਉਂਦੇ ਆ, 300 ਰੁਪਏ ਦੀ ਸ਼ਰਾਬ ਪੀ ਲੈਣੀ ਹੈ, 100 ਰੁਪਏ ਦੇ ਵਿੱਚ ਪਰਿਵਾਰ ਦਾ ਰੋਟੀ ਨਹੀਂ ਚੱਲਦੀ ਅੱਜ ਦੇ ਸਮੇਂ ਦੇ ਨਾਲ। ਜੇ ਆਪਾਂ ਬੱਚੇ ਨੂੰ ਪੜ੍ਹਾਵਾਂਗੇ ਲਿਖਾਵਾਂਗੇ ਤਾਂ ਉਹ ਬੱਚਾ ਜਿਹੜਾ ਹੈ ਉਹ ਉੱਚੀ ਮੰਜ਼ਿਲ 'ਤੇ ਤਦ ਹੀ ਪਹੁੰਚ ਸਕਦਾ ਜਦੋਂ ਪੜ੍ਹੇਗਾ। ਮਹਾਰਾਜ ਜੀ ਮੇਰਾ ਸਵਾਲ ਹੈ ਕਿ ਪੰਜਾਬ ਦੇ ਅੰਦਰ ਜਿਸ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਉਹਦੇ ਵਿੱਚ ਅੱਜ ਜਿਹੜਾ ਪਾਣੀ ਦਾ ਸਾਡਾ ਮੁੱਦਾ ਹੈ ਕਿ ਪਾਣੀ ਮਤਲਬ ਜੇ ਤਾਂ ਕਿਸੇ ਦੇ ਘਰ ਸਰਕਾਰੀ ਟੂਟੀ ਲੱਗੀ ਹੋਈ ਹੈ ਤੇ ਉਹ ਟੂਟੀ ਨਹੀਂ ਬੰਦ ਕਰ ਰਿਹਾ, ਕਿਉਂਕਿ ਆਉਣ ਵਾਲਾ ਸਮਾਂ ਇੱਦਾਂ ਦਾ ਸਮਾਂ ਆ ਰਿਹਾ, ਭਿਆਨਕ ਸਮਾਂ ਆ ਰਿਹਾ ਕਿ ਚਾਹੇ ਉਹ ਰਾਜਸਥਾਨ ਵਰਗੀਆਂ ਸਟੇਟਾਂ ਕਿਉਂ ਨਾ ਹੋਣ ਜਿਹਦੇ ਵਿੱਚ ਲੋਕ ਅੱਜ ਬੂੰਦ ਬੂੰਦ ਨੂੰ ਵੀ ਤਰਸ ਰਹੇ ਨੇ। ਪਰ ਮਹਾਰਾਜ ਪੰਜਾਬ ਦੇ ਅੰਦਰ ਹੀ ਨਹੀਂ ਪੂਰੇ ਭਾਰਤ ਅੰਦਰ ਇੱਦਾਂ ਦੀਆਂ ਵੀ ਸਟੇਟਾਂ ਕਾਫੀ ਹੈਗੀਆਂ ਨੇ ਕਿ ਜਿਹੜੀਆਂ ਸਟੇਟਾਂ ਦੇ ਵਿੱਚ ਲੋਕ ਪਾਣੀ ਨੂੰ ਬਹੁਤ ਜ਼ਿਆਦਾ ਵੇਸਟ ਕਰ ਰਹੇ ਨੇ। ਉਹਦੇ ਬਾਰੇ ਕੀ ਕਹਿਣਾ? ਦੇਖੋ ਇਹ ਤਾਂ ਮਹਾਰਾਜ ਨੇ ਬਾਣੀ 'ਚ ਵੀ ਆਖਿਆ ਕਿ ਪਵਨ ਗੁਰੂ ਪਾਣੀ ਪਿਤਾ, ਕਿ ਪਾਣੀ ਪਾਉਣ ਤੋਂ ਬਿਨਾਂ ਵੀ, ਹਵਾ ਤੋਂ ਬਿਨਾਂ ਵੀ ਸਵੱਛ ਚਾਹੀਦੀ ਹੈ। ਪਾਣੀ ਤੋਂ ਬਿਨਾਂ ਵੀ ਆਪਾਂ ਜੀਵਤ ਨਹੀਂ ਰਹਿ ਸਕਦੇ। ਅੱਜ ਹਰੇਕ ਬੀਬੀਆਂ ਨੂੰ, ਭਰਾਵਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਦਾਸ ਵੱਲੋਂ, ਡੇਰੇ ਵੱਲੋਂ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਦੇ ਘਰ ਵੀ ਕੋਈ ਸਰਕਾਰੀ ਟੂਟੀ ਲੱਗੀ ਹੈ, ਭਾਵੇਂ ਆਪਾਂ ਬਿੱਲ ਦਿੰਦੇ ਹਾਂ ਜਾਂ ਨਹੀਂ ਦਿੰਦੇ ਹਾਂ, ਮਗਰ ਇਹ ਸਾਡਾ ਹਰੇਕ ਦਾ ਫਰਜ਼ ਬਣਦਾ ਹੈ ਕਿ ਉਸ ਟੂਟੀ ਨੂੰ ਬੰਦ ਕੀਤਾ ਜਾਵੇ। ਜਿੰਨੀ ਕੁ ਤੁਹਾਨੂੰ ਪਾਣੀ ਦੀ ਜ਼ਰੂਰਤ ਹੈ ਉਹਦੀ ਉਨੀ ਹੀ ਵਰਤੋਂ ਕੀਤੀ ਜਾਵੇ, ਉਹਦੀ ਦੁਰਉਪਯੋਗ ਨਹੀਂ ਕੀਤਾ ਜਾਵੇ। ਨਹੀਂ ਤਾਂ ਇਹ ਆਉਣ ਵਾਲਾ ਸਮਾਂ ਜਿਹੜਾ ਹੈ ਰਾਜਸਥਾਨ ਤੋਂ ਵੀ ਹੀ ਭੈੜਾ ਹੋ ਸਕਦਾ ਹੈ, ਖਰਾਬ ਹੋ ਸਕਦਾ ਹੈ। ਇਸ ਸਮੇਂ ਨੂੰ ਵੀ ਸਾਂਭਿਆ ਜਾਵੇ, ਤਦ ਹੀ ਆਪਾਂ
ਪੰਜਾਬ ਦੀ ਧਰਤੀ ਤੇ ਖੁਸ਼ਹਾਲ ਬਣ ਸਕਦੇ ਹਾਂ ਜੇ ਆਪਾਂ ਇਸ ਟਾਈਮ ਨੂੰ ਸਾਂਭਿਆ। ਅੱਜ ਅਸੀਂ ਵਕਤ ਨੂੰ ਟਾਈਮ ਨੂੰ ਧੱਕਾ ਦੇ ਰਹੇ ਹਾਂ, ਕੱਲ੍ਹ ਨੂੰ ਟਾਈਮ ਨੇ ਧੱਕਾ ਦੇਣਾ, ਫਿਰ ਸਮਾਂ ਵੇਲਾ ਜਿਹੜੇ ਹੱਥ ਨਹੀਂ ਆਉਣਾ। ਮਹਾਰਾਜ ਪੰਜਾਬ ਦੇ ਅੰਦਰ ਜਿਹੜਾ ਦਰਖਤ ਹੈ, ਤੁਸੀਂ ਪਾਣੀ ਦੀ ਵੀ ਗੱਲ ਕੀਤੀ, ਕਿਉਂਕਿ ਪਾਣੀ ਦੇ ਨਾਲ ਨਾਲ ਇੱਕ ਵੈਦਰ ਔਰ ਹਵਾ ਦਾ ਜਿਹੜਾ ਸੁਮੇਲ ਹੈ ਜਿਸ ਤੋਂ ਸਾਨੂੰ ਆਕਸੀਜਨ ਮਿਲਦੀ ਹੈ। ਹਾਂਜੀ, ਇਹ ਵੀ ਜਿੱਥੇ ਸਰਕਾਰਾਂ ਕੱਟ ਰਹੀਆਂ ਉੱਥੇ ਅਸੀਂ ਵੀ ਕਿਤੇ ਨਾ ਕਿਤੇ ਇਹਦੇ ਜ਼ਰੂਰ ਪਾਪਾਂ ਦੇ ਭਾਗੀ ਬਣ ਰਹੇ ਹਾਂ ਇਸ ਨੂੰ ਕੱਟ ਕੇ। ਕੀ ਸਾਨੂੰ ਦਰਖਤ ਜ਼ਿਆਦਾ ਤੋਂ ਜ਼ਿਆਦਾ ਨਹੀਂ ਲਗਵਾਉਣੇ ਚਾਹੀਦੇ? ਜ਼ਿਆਦਾ ਤੋਂ ਜ਼ਿਆਦਾ ਜਿਹੜੀ ਇਹ ਦਰਖਤ ਉਹ ਲਗਾਉਣਾ ਚਾਹੀਦੀ ਹੈ। ਸਰਕਾਰ ਨੂੰ ਕੋਈ ਇੱਦਾਂ ਦੇ ਬੂਟੇ ਵੀ ਦੇਣਾ ਚਾਹੀਦੇ ਆ। ਸਰਕਾਰ ਨੇ ਪਿੱਛੇ ਵੀ ਦਿੱਤੇ ਆ, ਪੰਚਾਇਤਾਂ ਨੂੰ ਦਿੱਤੇ ਆ, ਮਗਰ ਹਰੇਕ ਨੂੰ ਇਹੀ ਉਪਦੇਸ਼ ਹੈ ਕਿ ਉਸ ਮਾਲਕ ਦੇ ਕਿ ਜਿਸ ਤਰ੍ਹਾਂ ਦਰਖਤ ਜਿਹੜਾ ਹੈ ਉਹ ਕਾਰਬਨ ਡਾਈਆਕਸਾਈਡ ਜਿਹੜਾ ਹੈ ਉਹ ਲੈਂਦਾ ਹੈ, ਆਕਸੀਜਨ ਛੱਡਦਾ ਹੈ, ਅਤੇ ਸਾਡਾ ਹਰੇਕ ਦਾ ਫਰਜ਼ ਬਣਦਾ ਹੈ ਕਿ ਆਪਾਂ ਇੱਕ ਇੱਕ ਇਨਸਾਨ ਵੀ ਜੇ 2-2 4-4 ਦਰਖਤ ਵੀ ਲਗਾਵੇ ਤਾਂ ਮੇਰੇ ਹਿਸਾਬ ਨਾਲ ਵੀ ਕਿੰਨੇ ਕਰੋੜਾਂ ਦੇ ਵਿੱਚ ਹੋ ਸਕਦੇ ਆ, ਅਤੇ ਸਾਨੂੰ ਜਿਹੜੀ ਹੈ ਹਵਾ ਜਿਹੜੀ ਆਕਸੀਜਨ ਜਿਹੜੀ ਹੈ ਉਹ ਸਵੱਛ ਮਿਲ ਸਕਦੀ ਹੈ। ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਨ ਦੇ ਤਹਿਤ, ਔਰ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਇਸ ਦੇਸ਼ ਦਾ ਸੰਵਿਧਾਨ ਲਿਖਿਆ ਹੈ, ਔਰ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਬਦੌਲਤ MLA MPs ਔਰ ਬਾਬਾ ਅੰਬੇਡਕਰ ਸਾਹਿਬ ਦੀ ਬਦੌਲਤ ਰਾਜ ਸਭਾ ਦੇ ਵਿੱਚ ਜਾ ਕੇ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਬੈਠਦੀਆਂ ਨੇ, ਔਰ ਇਸ ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਪੈਟਲ ਜੀ ਜਿਨ੍ਹਾਂ ਨੇ ਕਿ ਇਸ ਦੇਸ਼ ਦੇ ਉੱਪਰ ਰਾਜ ਕੀਤਾ ਹੈ, ਔਰ ਵੀ ਹੋਰ ਮੁੱਖ ਮੰਤਰੀ ਵੱਖ-ਵੱਖ ਸਟੇਟਾਂ ਤੋਂ ਲਾ ਲਓ, ਔਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਜੀ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਜੇ ਮੈਂ ਅੱਜ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਹਾਂ ਉੱਤੇ ਉਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੀ ਬਦੌਲਤ। ਜੇ ਅੰਬੇਡਕਰ ਸਾਹਿਬ ਇਹ ਸਾਨੂੰ ਸੰਵਿਧਾਨ ਦੇ ਵਿੱਚ ਔਰਤਾਂ ਨੂੰ ਬਰਾਬਰਤਾ ਦੇ ਹੱਕ ਔਰ ਅਧਿਕਾਰ ਨਾ ਲੈ ਕੇ ਦੇ ਕੇ ਜਾਂਦੇ, ਸ਼ਾਇਦ ਮੈਂ ਵੀ ਕਿਸੇ ਖੁੱਲੀ ਦੇ ਵਿੱਚ ਪੱਠੇ ਪਾ ਰਹੀ ਹੁੰਦੀ ਜਾਂ ਇਹ ਕਿਸੇ ਕਿਚਨ ਦੇ ਵਿੱਚ ਬਰਤਨ ਸਾਫ਼ ਕਰ ਰਹੀ ਹੁੰਦੀ। ਔਰ ਮਹਾਰਾਜ ਅੱਜ ਚੱਲ ਰਿਹਾ ਇਸ ਦੇਸ਼ ਦੇ ਅੰਦਰ ਕਿ ਚਾਹੇ ਉਹ ਨਾਰੀ ਚਾਹੇ ਉਹ ਧੀ ਭੈਣ ਕਿਸੇ ਵੀ ਕਾਸਟ ਨੂੰ ਬਿਲੋਂਗ ਕਰ ਰਹੀ ਹੈ, ਪਰ ਅੱਜ ਇਸ ਦੇਸ਼ ਦੇ ਅੰਦਰ ਜਿਹੜੇ ਦਰਿੰਦਿਆਂ ਵੱਲੋਂ ਉਹਨਾਂ ਦੇ ਨਾਲ ਵੱਖ-ਵੱਖ ਥਾਵਾਂ 'ਤੇ ਪਿਛਲੇ ਦਿਨੀ ਜਿਹੜੇ ਕਿ 6 ਸਾਲ ਦੀ ਬੱਚੀ ਦੇ ਨਾਲ ਰੇਪ ਕਰਕੇ ਉਹਨੂੰ ਜੀਂਦੀ ਨੂੰ ਸਾੜ ਦਿੱਤਾ ਗਿਆ। ਚਾਹੇ ਸੀਫਾ ਵਰਗੀ ਲੜਕੀ ਹੋਵੇ ਜਿਹੜੀ ਕਿ ਇੱਕ ਮੰਦਿਰ ਦੇ ਵਿੱਚ ਜਾਂਦੀ ਹੈ ਔਰ ਉਹਦੇ ਨਾਲ ਉਸ ਮੰਦਿਰ ਦੇ ਵਿੱਚ ਰੇਪ ਕੀਤਾ ਜਾਂਦਾ ਹੈ। ਮਨੀਸ਼ਾ ਵਰਗੀਆਂ ਲੜਕੀਆਂ, ਹਾਥਰਸ ਕਾਂਡ ਵਰਗੇ ਹੋਏ ਆ। ਮਹਾਰਾਜ ਕੀ ਇਸ ਆਜ਼ਾਦ ਭਾਰਤ ਦੇਸ਼ ਦੇ ਅੰਦਰ ਹਾਲੇ ਵੀ ਇਹ ਧੀਆਂ ਭੈਣਾਂ ਜਿਹੜੀਆਂ ਉਹ ਹਾਲੇ ਵੀ ਗੁਲਾਮ ਹੋ ਕੇ ਬੈਠੀਆਂ ਕਿਉਂ? ਜਿਹੜਾ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਹੈ, ਜੋ ਵੀ ਕਾਨੂੰਨ ਬਣਾਇਆ ਗਿਆ ਹੈ, ਉਹਨੂੰ ਕਿਉਂ ਨਹੀਂ ਵਰਤਿਆ ਜਾ ਰਿਹਾ? ਪਹਿਲੀ ਤਾਂ ਗੱਲ ਇਹ ਹੈ, ਜਦ ਆਪਾਂ ਹੋਰ ਕਾਨੂੰਨ ਕੋਈ ਲੜਾਈ ਝਗੜਾ ਕਰਦਾ ਹੈ, ਕੋਈ ਕਤਲ ਕਰਦਾ ਹੈ, ਉਹਨੂੰ ਸਜ਼ਾ ਦਿੱਤੀ ਜਾਂਦੀ ਹੈ। ਜਿਹੜਾ ਕਤਲ ਕਰ ਰਿਹਾ, ਇੱਦਾਂ ਰੇਪ ਕਰ ਰਿਹਾ, ਉਹਨੂੰ ਜੋ ਸਜ਼ਾ ਸੰਵਿਧਾਨ ਦੇ ਵਿੱਚ ਲਿਖੀ ਗਈ ਹੈ ਉਹਦੇ ਅਧੀਨ ਉਹਨੂੰ ਸਜ਼ਾ ਜਿਹੜੀ ਦਿੱਤੀ ਜਾਵੇ ਕਿ ਆਉਣ ਵਾਲਾ ਜਿਹੜਾ ਭਵਿੱਖ ਹੈ, ਆਉਣ ਵਾਲਾ ਸਮਾਂ ਜਿਹੜਾ ਹੈ ਇੱਦਾਂ ਭਿਆਨਕ ਨਾ ਆਵੇ। ਕਿਉਂਕਿ ਜੇ ਆਪਾਂ ਗੱਲ ਕੀਤੀ ਹੈ ਕਿ ਲੜਕੀਆਂ ਜਿਹੜੀਆਂ ਪੜ੍ਹੀਆਂ ਲਿਖੀਆਂ ਨਾ ਹੁੰਦੀਆਂ ਤਾਂ ਸ਼ਾਇਦ ਜਿਹੜੇ ਬੱਚੇ ਅੱਜ ਪੜ੍ਹ ਰਹੇ ਆ, ਜਿੱਦਾਂ ਅੱਜ ਲੋਕਡਾਊਨ ਚੱਲਿਆ ਹੋਇਆ ਹੈ, ਬਿਮਾਰੀ ਦਾ ਸਮਾਂ ਚੱਲ ਰਿਹਾ ਹੈ ਹਾਂਜੀ, ਅਤੇ ਉਹ ਜੇ ਲੜਕੀਆਂ ਜਿਹੜੀਆਂ ਬੀਬੀਆਂ ਭੈਣਾਂ ਮਾਤਾਵਾਂ ਉਹ ਘਰ ਬੈਠੀਆਂ ਬੱਚਿਆਂ ਨੂੰ ਔਨਲਾਈਨ ਜਿਹੜੀਆਂ ਹੈ ਉਹ ਪੜ੍ਹਾ ਰਹੀਆਂ ਹਨ ਜੀ। ਜੇ ਸ਼ਾਇਦ ਜੇ ਨਾ ਪੜ੍ਹੀਆਂ ਹੁੰਦੀਆਂ ਤਾਂ ਬੱਚਿਆਂ ਦਾ ਜਿਹੜਾ ਭਵਿੱਖ ਹੈ ਆਉਣ ਵਾਲਾ ਹੋਰ ਖਤਰੇ ਵਿੱਚ ਸੀਗਾ ਜੀ। ਪਰ ਇਹ ਡਾਕਟਰ ਭੀਮ ਰਾਓ ਅੰਬੇਡਕਰ ਦਾ ਬਹੁਤ ਹੀ ਦਾਸ ਵੱਲੋਂ ਧੰਨਵਾਦ ਹੈ ਕਿ ਬੀਬੀਆਂ ਨੂੰ ਇਹ ਹੱਕ ਦਿੱਤਾ ਗਿਆ ਹੈ। ਪਤੀ ਤਾਂ ਬਾਹਰ ਕਮਾਉਂਦਾ ਹੈ ਮਗਰ ਉਹ ਬੱਚਿਆਂ ਨੂੰ ਸਿੱਖਿਆ ਦਿੰਦੀਆਂ ਹਨ, ਘਰ ਦੇ ਵੀ ਕਾਰੋਬਾਰ ਸਿੱਖਿਆ ਦਿੰਦੀਆਂ ਹਨ, ਬੱਚੀਆਂ ਨੂੰ ਸਿਖਾਉਂਦੀਆਂ ਹਨ, ਬੱਚਿਆਂ ਨੂੰ ਸਿਖਾਉਂਦੀਆਂ, ਵਿੱਦਿਆ ਵੀ ਦੇ ਰਹੀਆਂ ਘਰ ਬੈਠੀਆਂ। ਸੋ ਮਾਲਕ ਉਹਨਾਂ ਨੂੰ ਵੀ ਚੜ੍ਹਦੀਆਂ ਕਲਾਂ 'ਚ ਰੱਖੇ। ਜੇ ਇਨਸਾਨ ਅੱਜ ਪੜ੍ਹਾਈ ਦਾ ਯੁੱਗ ਹੈ ਕਿ ਨੈੱਟ 'ਤੇ ਦੇਖ ਕੇ ਬੀਬੀਆਂ ਹਰੇਕ ਚੀਜ਼ ਜਿਹੜੀ ਹੈ ਉਹ ਲਾਕਡਾਊਨ ਦੇ ਵਿੱਚ ਤਿਆਰ ਕੀਤੀ ਗਈ ਹੈ, ਘਰੇ ਬੱਚਿਆਂ ਨੂੰ ਖਿਲਾਈ ਗਈ ਹੈ ਜੀ। ਸੋ ਮਹਾਰਾਜ ਆਪਾਂ ਗੱਲ ਕਰਦੇ ਹਾਂ ਕਿ ਜਿੱਥੇ ਬੇਟੀਆਂ ਦੇ ਨਾਲ ਇਹ ਰੇਪ ਹੋ ਰਹੇ ਨੇ ਉੱਥੇ ਅੱਜ ਦੀ ਨੌਜਵਾਨ ਪੀੜ੍ਹੀ ਹੈ, ਉਹ ਨੌਜਵਾਨ ਪੀੜ੍ਹੀ ਕਿ ਜਿਹੜੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੀ ਹੋਈ ਹੈ। ਕਿਉਂਕਿ ਸਤਿਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਨੇ ਕਿ ਨਸ਼ਿਆਂ ਦਾ ਬਿਲਕੁਲ ਖੰਡਨ ਕੀਤਾ ਹੈ, ਪਰ ਅੱਜ ਦੀ ਨੌਜਵਾਨ ਪੀੜ੍ਹੀ ਹੈ ਮਹਾਰਾਜ ਉਹ ਜੇ ਸਮਾਜ ਦੇ ਸੰਤ ਮਹਾਂਪੁਰਸ਼ਾਂ ਦੇ ਮਗਰ ਚੱਲਣ ਦੀ ਬਜਾਏ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ
ਇਹ ਧੁੱਸ ਰਹੇ ਨੇ। ਔਰ ਮਹਾਰਾਜ ਜੀ ਜਨਤਕ ਟੀਵੀ ਦੇ ਜ਼ਰੀਏ ਆਓ ਕੌਮ ਦੀ ਸੋਚ ਨੂੰ ਵਧਾਈਏ, ਆਓ ਆਪਾਂ ਆਪਣੀ ਸੋਚ ਨੂੰ ਬਣਾਈਏ। ਔਰ ਮਹਾਰਾਜ ਇਸ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਉਸ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਨਸ਼ਿਆਂ ਦੇ ਬਾਰੇ 'ਚ ਨੌਜਵਾਨ ਸਭ ਬੱਚੇ ਜਿਹੜੇ ਹੈ ਉਹਨਾਂ ਨੂੰ ਇਹ ਬੇਨਤੀ ਹੈ ਕਿ ਇਸ ਕੰਮ ਤੋਂ ਬਚੇ ਰਹੋਗੇ ਤਾਂ ਚੰਗੀ ਗੱਲ ਹੈ। ਆਪਾਂ ਰੋਟੀ ਤੋਂ ਲੇਟ ਹੋ ਸਕਦੇ ਹਾਂ, ਮਗਰ ਜਿਹੜਾ ਇਹ ਨਸ਼ੇ ਦਾ ਇਨਸਾਨ ਦੇ ਅੰਦਰ ਕੀੜਾ ਜਾਗ ਰਿਹਾ, ਜਦ ਤਾਈਂ ਕੋਈ ਟਾਈਮ ਸਿਰ ਨਹੀਂ ਮਿਲਦਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਇਹ ਨਸ਼ਾ ਲੱਗ ਜਾਂਦਾ ਹੈ, ਉਹ ਪ੍ਰੋਪਰ ਉਸ ਟਾਈਮ ਨੂੰ ਲੋਚਦਾ ਹੈ। ਨਹੀਂ ਤਾਂ ਇਨਸਾਨ ਲੋਕਡਾਊਨ ਦੇ ਵਿੱਚ ਕਈ ਅਖਬਾਰਾਂ ਦੇ ਵਿੱਚ ਕਈ ਨੈੱਟ ਦੇ ਜ਼ਰੀਏ ਇਹੀ ਸੁਣਨ ਨੂੰ ਮਿਲਿਆ ਕਿ ਬੱਚਿਆਂ ਨੇ ਉਹ ਕੀ ਕੀਤਾ, ਫਾਂਸੀਆਂ ਲੈ ਲਈਆਂ ਵੀ ਉਹ ਖ਼ਤਮ ਹੋ ਗਏ। ਕਿਉਂ ਖ਼ਤਮ ਹੋ ਗਏ? ਕਿ ਉਹਨਾਂ ਨੂੰ ਪ੍ਰੋਪਰ ਨਸ਼ਾ ਨਹੀਂ ਮਿਲਿਆ ਟਾਈਮ ਸਿਰ, ਕਿ ਉਹਨਾਂ ਨੇ ਕਿਹਾ ਵੀ ਨਸ਼ਾ ਨਹੀਂ ਮਿਲਣਾ ਤਾਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰੋ। ਸੋ ਉਹਨਾਂ ਨੂੰ ਇਹੀ ਸੰਦੇਸ਼ ਹੈ ਕਿ ਇਹ ਜਨਮ ਜਿਹੜਾ ਹੈ ਇਹ ਵਾਰ-ਵਾਰ ਨਹੀਂ ਮਿਲਣਾ। ਕਿਤੇ ਨਾ ਕਿਤੇ ਬੱਚਿਆਂ ਦੇ ਨਾਲ ਮਾਂ-ਬਾਪ ਵੀ ਜ਼ਿੰਮੇਵਾਰ ਨਹੀਂ ਹਨ। ਮਾਂ ਪੇ ਜੇ ਮਹਾਰਾਜ ਨੇ ਆਖਿਆ ਕਿ ਜੈਸੀ ਸੰਗਤ ਵੈਸੀ ਹੀ ਰੰਗਤ, ਜੇ ਕੋਈ ਇਨਸਾਨ ਉੱਦਾਂ ਦੀ ਸੰਗਤ ਵਿੱਚ ਬੈਠਣਾ ਸ਼ੁਰੂ ਕਰ ਦਿੰਦਾ ਹੈ, ਉਹਨੂੰ ਕਹਿਣ ਦਾ ਭਾਵ ਉਸੇ ਤਰ੍ਹਾਂ ਉਹਨੂੰ ਰੰਗ ਆਉਣਾ ਸ਼ੁਰੂ ਹੋ ਜਾਂਦਾ ਹੈ। ਅਤੇ ਬੱਚਿਆਂ ਨੂੰ ਇਹੀ ਹੈ ਜੇ ਕੋਈ ਇੱਦਾਂ ਦਾ ਨਸ਼ਾ ਕਰਦਾ ਹੈ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੈ, ਉਹਦੇ ਤੋਂ ਆਪਾਂ ਦੂਰ ਰਹੀਏ, ਤਾਂ ਹੀ ਆਉਣ ਵਾਲਾ ਸਮਾਂ ਜਿਹੜਾ ਆਪਾਂ ਵਧੀਆ ਬਣਾ ਸਕਦੇ ਹਾਂ, ਇਸ ਦੇਸ਼ ਨੂੰ ਵਧੀਆ ਬਣਾ ਸਕਦੇ ਹਾਂ ਜੇ ਆਪਾਂ ਨਸ਼ਿਆਂ ਤੋਂ ਦੂਰ ਹੋਵਾਂਗੇ। ਨਹੀਂ ਤਾਂ ਇਹ ਆਉਣ ਵਾਲਾ ਸਮਾਂ ਜਿਹੜਾ ਬਹੁਤ ਹੀ ਭਿਆਨਕ ਹੈ। ਮਹਾਰਾਜ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਜਨਤਕ ਟੀਵੀ ਦੀ ਟੀਮ ਨੂੰ ਸਮਾਂ ਬਖਸ਼ਿਸ਼ ਕੀਤਾ ਹੈ। ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਤੁਹਾਡੀ ਸਤਿਗੁਰ ਰਵਿਦਾਸ ਮਹਾਰਾਜ ਉਮਰ ਦਰਾਜ਼ ਕਰਨ ਔਰ ਇਸ ਡੇਰੇ ਦੇ ਲਈ ਚੜ੍ਹਦੀਆਂ ਕਲਾਂ ਹਮੇਸ਼ਾ ਜਨਤਕ ਟੀਵੀ ਦੀ ਸਮੁੱਚੀ ਟੀਮ ਮੰਗਦੀ ਰਹੇਗੀ, ਕਿਉਂਕਿ ਇਸ ਦੀਵੇ ਦੀ ਲੋ ਬੁਝਾਉਣ ਖਾਤਰ ਲਾਇਆ ਜ਼ੋਰ ਬਥੇਰਾ ਹਨੇਰਿਆਂ ਨੇ, ਫਿਰ ਵੀ ਆਪਣੇ ਗਿਆਨ ਪ੍ਰਕਾਸ਼ ਦੀਆਂ ਕਿਰਨਾਂ ਦੁਨੀਆ ਵਿੱਚ ਵਖੇਰੀਆਂ ਨੇ। ਉਹਨੂੰ ਕਿਹਾ ਸਿੰਬਲ ਆਫ ਦਾ ਨੌਲੇਜ, ਸਹਿਜਲ ਹੋਰ ਵੀ ਗੱਲਾਂ ਬਥੇਰੀਆਂ ਨੇ, ਜੇਕਰ ਅੱਜ ਸਟੇਜਾਂ 'ਤੇ ਗੱਜਦੀਆਂ ਭੀਮਾਂ ਇਹ ਵੀ ਵਡਿਆਈਆਂ ਤੇਰੀਆਂ ਨੇ। ਆਓ ਸਮਾਜ ਦੇ ਲੋਕੋ, ਸੰਤਾਂ ਮਹਾਂਪੁਰਖਾਂ ਦਾ ਵੀ ਇਹ ਕਹਿਣਾ ਕਿ ਆਪ ਅੱਧੀ ਰੋਟੀ ਘੱਟ ਖਾਈਏ ਔਰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈਏ। ਜਿਨ੍ਹਾਂ ਦੇ ਬੱਚੇ ਪੜ੍ਹ ਜਾਂਦੇ ਹੈ ਉਹਨਾਂ ਦੀਆਂ ਮਾਵਾਂ ਕਦੀ ਨਰੇਗਾ ਦੇ ਵਿੱਚ ਰੰਬਾ ਟੱਲਾ ਲੈ ਕੇ ਨਹੀਂ ਜਾਂਦੀਆਂ। ਔਰ ਜੇ ਦਿਹਾੜੀਦਾਰ ਦਾ ਪੁੱਤਰ ਵਕੀਲ ਬਣੇਗਾ ਤਾਂ ਕੱਲ੍ਹ ਨੂੰ ਵਕੀਲ ਦਾ ਪੁੱਤਰ ਕਦੀ ਦਿਹਾੜੀ ਕਰਨ ਨਹੀਂ ਜਾਏਗਾ। ਆਓ ਆਪਾਂ ਆਪਣੇ ਰਹਿਬਰਾਂ ਦੀ ਸੋਚ 'ਤੇ ਪਹਿਰਾ ਦਈਏ। ਜੇ ਇਸ ਦੇਸ਼ ਦੇ ਅੰਦਰ ਬੇਗਮਪੁਰਾ ਵਸਾਉਣਾ, ਜੇ ਦੁਨੀਆ ਦੇ ਵਿੱਚ ਰਹਿਣਾ ਤਾਂ ਕੰਮ ਕਾਜ ਜ਼ਰੂਰੀ ਹੈ, ਅਤੇ ਜੇ ਬੇਗਮਪੁਰਾ ਵਸਾਉਣਾ ਤਾਂ ਪਹਿਲਾਂ ਰਾਜ ਜ਼ਰੂਰੀ ਹੈ। ਮਹਾਂਪੁਰਸ਼ੋ ਤੁਹਾਡਾ ਬਹੁਤ ਧੰਨਵਾਦ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ।